ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਔਨ ਮਾਈ ਚੈਨਲ। ਤੇ ਅੱਜ ਅਸੀਂ ਗੱਲ ਕਰਦੇ ਹਾਂ ਹਾਊ ਟੂ ਗ੍ਰੈਬ ਏ ਜੌਬ ਇਨ ਜਰਮਨੀ ਫਰੋਮ ਯੂਰ ਹੋਮ ਕੰਟਰੀ। ਕਿ ਕਿਹੜੀ ਵੱਖ-ਵੱਖ ਵੇਜ਼ ਨੇ ਜਿਨ੍ਹਾਂ ਦਾ ਯੂਜ਼ ਕਰਕੇ ਤੁਸੀਂ ਜਰਮਨੀ ਵਿੱਚ ਜੌਬ ਲੈ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਮੈਂ ਸਿਰਫ ਵੇਜ਼ ਦੱਸ ਰਿਹਾ। ਜੌਬ ਲੈਣੀ ਉਹ ਟੋਟਲੀ ਡਿਪੈਂਡ ਕਰੇਗਾ ਤੁਹਾਡੇ ਹਾਰਡ ਵਰਕ ਤੇ ਤੁਹਾਡੇ ਸਕਿੱਲਸ ਤੇ ਸ਼ੁਰੂ ਕਰਦੇ ਹਾਂ ਵੀਡੀਓ। ਔਨ ਡਿਮਾਂਡ ਮੈਂ ਥੋੜਾ ਬਿਜ਼ੀ ਸੀ ਬਟ ਮੈਂ ਕੋਸ਼ਿਸ਼ ਕੀਤੀ ਹੈ ਕਿ ਜਲਦੀ ਤੋਂ ਜਲਦੀ ਵੀਡੀਓ ਬਣਾ ਕੇ ਅਪਲੋਡ ਕਰਦਾ ਕਿ ਤਾਂ ਕਿ ਜਿਨ੍ਹਾਂ ਦੀ ਵੀ ਕੁਐਰੀਜ਼ ਆ ਰਹੀਆਂ ਉਹਨਾਂ ਦੀ ਜਲਦੀ ਤੋਂ ਜਲਦੀ ਸੌਰਟ ਆਊਟ ਮੈਂ ਕਰ ਸਕਾਂ। ਜਰਮਨੀ ਵਿੱਚ ਇਸ ਵੇਲੇ ਜੌਬਸ ਦੀ ਬਹੁਤ ਡਿਮਾਂਡ ਹੈ, ਲਾਈਕ ਆਈਟੀ ਪ੍ਰੋਫੈਸ਼ਨ, ਹੈਲਥ ਕੇਅਰ, ਇੰਜੀਨੀਅਰਸ ਲਾਈਕ ਇਲੈਕਟ੍ਰੋਨਿਕ ਇੰਜੀਨੀਅਰ, ਮਕੈਨੀਕਲ ਇੰਜੀਨੀਅਰ, ਹੋਰ ਵੀ ਕਾਫੀ ਦਾਇਰੇ ਨੇ ਜਿਨ੍ਹਾਂ ਦੀ ਜੌਬਸ ਹੈ। ਡਿਮਾਂਡ ਜ਼ਿਆਦਾ ਹੋਣ ਕਰਕੇ ਇਸ ਵੇਲੇ ਗਵਰਨਮੈਂਟ ਨੇ ਰੂਲ ਵੀ ਚੇਂਜ ਕੀਤੇ ਹੋਏ ਆ। ਪਹਿਲਾਂ ਜੇ ਕੋਈ ਇੰਪਲੋਇਰ ਕਿਸੇ ਇੰਪਲੋਏ ਨੂੰ ਹਾਇਰ ਕਰਨਾ ਚਾਹੁੰਦਾ ਸੀ ਇਨ ਜਰਮਨੀ ਤੇ ਸਭ ਤੋਂ ਪਹਿਲਾਂ ਜਿਹੜੀ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਉਹ ਯੂਰੋਪੀਅਨ ਸਿਟੀਜ਼ਨ ਨੂੰ ਦਿੱਤੀ ਜਾਂਦੀ ਸੀ। ਬਟ ਰੂਲ ਚੇਂਜ ਹੋਣ ਕਰਕੇ ਹੁਣ ਇੰਪਲੋਇਰ ਹੈ ਜਿਹੜਾ ਉਹ ਬਾਉਂਡ ਨਹੀਂ ਹੈ, ਉਹ ਆਲ ਓਵਰ ਦਾ ਵਰਲਡ ਕਿਤੋਂ ਵੀ ਕਿਸੇ ਵੀ ਇੰਪਲੋਏ ਨੂੰ ਹਾਇਰ ਕਰ ਸਕਦਾ। ਸੋ ਦਿਸ ਇਜ਼ ਦ ਗੋਲਡਨ ਓਪਰਚੁਨਿਟੀ ਫॉर ਆਲ ਆਫ ਅਸ ਤੇ ਅਸੀਂ ਇਹ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹਾਂ। ਤੇ ਸਭ ਤੋਂ ਪਹਿਲਾ ਜਿਹੜਾ ਵੇ ਹੈ ਉਹ ਹੈ ਲਿੰਕਡਇਨ। ਜਦੋਂ ਵੀ ਆਪਾਂ ਇੰਡੀਆ ਤੋਂ ਜਾਂ ਫਿਰ ਕਿਤੇ ਵੀ ਆਲ ਆਫ ਦਾ ਵਰਲਡ ਕਿਸੇ ਵੀ ਕੰਟਰੀ, ਪਾਕਿਸਤਾਨ ਤੋਂ ਬੰਗਲਾਦੇਸ਼, ਵਟਐਵਰ, ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਲਿੰਕਡਇਨ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ। ਉਹ ਇਸ ਤਰ੍ਹਾਂ, ਜੇ ਤੁਸੀਂ ਇੰਡੀਆ ਤੋਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਲਿੰਕਡਇਨ 'ਚ ਕਮੀ ਹੁੰਦੀ ਹੈ ਕਿ ਸਾਡੇ ਜਿਹੜੇ ਕਨੈਕਸ਼ਨ ਜਾਂ ਫਿਰ ਅਸੀਂ ਫੋਲੋ ਕਰਦੇ ਹਾਂ ਕਿਸੇ ਕੰਪਨੀ ਨੂੰ, ਅਸੀਂ ਕਿਸੇ ਪਰਸਨ ਨੂੰ ਫੋਲੋ ਕਰਦੇ ਹਾਂ, ਉਹ ਸਿਰਫ ਕਨੈਕਸ਼ਨ ਸਾਡੇ ਇੰਡੀਆ 'ਚ ਹੁੰਦੇ ਆ। ਸਭ ਤੋਂ ਪਹਿਲਾਂ ਸਾਨੂੰ ਕਰਨ ਦੀ ਲੋੜ ਕੀ ਹੈ ਕਿ ਜਿੱਦਾਂ ਜਰਮਨੀ ਵਿੱਚ ਤੁਸੀਂ ਪਾਰਟੀਕੂਲਰ ਸਕਿੱਲ ਸੈੱਟ ਦੇ ਲੋਕ ਡਿਸਕਵਰ ਕਰੋ, ਫਿਰ ਉਹਨਾਂ ਨੂੰ ਕਨੈਕਸ਼ਨ ਰਿਕੁਐਸਟ ਭੇਜੋ ਜਾਂ ਫਿਰ ਤੁਹਾਡੇ ਸਕਿੱਲ ਸੈੱਟ ਦੇ ਅਕੋਰਡਿੰਗ ਜਿਹੜੀ ਵੀ ਕੰਪਨੀਜ਼ ਇੱਥੇ ਜਰਮਨੀ ਵਿੱਚ ਹੈ ਉਹਨਾਂ ਨੂੰ ਫੋਲੋ ਕਰੋ, ਤਾਂ ਕਿ ਜਦੋਂ ਵੀ ਉਹ ਕੋਈ ਜੌਬ ਪੋਸਟ ਕਰਨ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਪਾਰਟੀਕੂਲਰ ਜੌਬ ਦੀ ਡਿਮਾਂਡ ਹੈ। ਤੇ ਤੁਸੀਂ ਪਰ ਡੇ 30 ਮਿੰਟ ਐਟਲੀਸਟ ਸਪੈਂਡ ਕਰੋ ਲਿੰਕਡਇਨ ਤੇ ਟੂ ਫਾਈਂਡਿੰਗ ਦ ਕਨੈਕਸ਼ਨਸ ਐਂਡ ਟੂ ਫਾਈਂਡਿੰਗ ਦ ਕੰਪਨੀਜ਼ ਇਨ ਜਰਮਨੀ। ਤੇ 30 ਮਿੰਟ ਸਪੈਂਡ ਕਰਨ ਤੋਂ ਬਾਅਦ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ, ਤੁਹਾਨੂੰ ਨਵੀਂ ਕੰਪਨੀਜ਼ ਦੇ ਬਾਰੇ ਇਨਫੋਰਮੇਸ਼ਨ ਮਿਲੇਗੀ। ਤੇ ਇਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਕੰਮ ਹੈ ਕਿ ਤੁਸੀਂ ਜੌਬ ਸਰਚ ਕਰਨੀ ਹੈ। ਲਿੰਕਡਇਨ ਤੇ ਆਪਣੀ ਪ੍ਰੋਫਾਈਲ ਦੀ ਜੌਬ ਸਰਚ ਕਰੋ। ਲਾਈਕ ਮੈਂ iOS ਡਿਵੈਲਪਰ, ਮੈਂ ਸਰਚ ਕਰਾਂਗਾ iOS ਡਿਵੈਲਪਰ ਤੇ ਲੋਕੇਸ਼ਨ ਫਿਲਟਰ ਪਾਵਾਂਗਾ ਜਰਮਨੀ ਤੇ ਪਾਰਟੀਕੂਲਰ ਸਿਟੀ ਦਾ ਫਿਲਟਰ ਵੀ ਪਾ ਸਕਦੇ ਹਾਂ, ਬਰਲਿਨ, ਫਰੈਂਕਫਰਟ, ਵਟਐਵਰ ਦ ਸਿਟੀ ਯੂ ਵਾਂਟ ਟੂ ਕਮ, ਤੇ ਉਹ ਪਾਰਟੀਕੂਲਰ ਸਿਟੀ ਦੀ ਜੌਬਸ ਦੀ ਲਿਸਟ ਆ ਜਾਏਗੀ। ਤੇ ਸਿਰਫ ਈਜ਼ੀ ਅਪਲਾਈ ਤੇ ਰਿਲਾਈ ਨਹੀਂ ਕਰਨਾ। ਜਿਹੜੀ ਵੀ ਜੌਬਸ ਹੋਣਗੀਆਂ, ਹਰ ਇੱਕ ਜੌਬ ਦੀ ਜੌਬ ਡਿਸਕ੍ਰਿਪਸ਼ਨ ਪੜ੍ਹ ਕੇ ਫਿਰ ਤੁਸੀਂ ਉਹਨਾਂ ਨੂੰ ਜੇ ਉਹਨਾਂ ਨੇ ਈਮੇਲ ਆਈਡੀ ਦਿੱਤੀ ਹੈ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਈਜ਼ੀ ਅਪਲਾਈ ਕਰ ਸਕਦੇ ਹੋ। ਬਟ ਆਲਵੇਜ਼ ਈਜ਼ੀ ਅਪਲਾਈ ਤੇ ਰਿਲਾਈ ਨਹੀਂ ਕਰਨਾ। ਪੂਰੀ ਜੌਬ ਦੀ ਸਟੱਡੀ ਕਰਕੇ, ਕੰਪਨੀ ਦੇ ਬਾਰੇ ਸਟੱਡੀ ਕਰਕੇ ਫਿਰ ਜੌਬ ਅਪਲਾਈ ਕਰਨੀ ਹੈ। ਤੇ ਜਦੋਂ ਵੀ ਲਿੰਕਡਇਨ ਜਾਂ ਫਿਰ ਹੋਰ ਵੀ ਕਿਸੇ ਸਾਈਟ 'ਤੇ ਜਿਹੜੇ ਮੈਂ ਦੱਸਾਂਗਾ ਉੱਤੇ ਅਪਲਾਈ ਕਰਨਾ, ਆਲਵੇਜ਼ ਇੱਕ CV ਤੇ ਡਿਪੈਂਡ ਨਹੀਂ ਰਹਿਣਾ। ਤੁਹਾਡੇ ਕੋਲ 2 ਜਾਂ 3 CV ਹੋਣੇ ਚਾਹੀਦੇ ਆ ਅਕੋਰਡਿੰਗ ਟੂ ਕੰਪਨੀ ਰਿਕੁਆਇਰਮੈਂਟ। ਜੇ ਤੁਸੀਂ ਫੋਰ ਐਗਜ਼ਾਮਪਲ 50 ਕੰਪਨੀਜ਼ ਨੂੰ ਇੱਕ ਹੀ CV ਸੈਂਡ ਕੀਤਾ ਤੇ ਤੁਹਾਨੂੰ ਇੱਕ ਵੀ ਰਿਪਲਾਈ ਨਹੀਂ ਆਇਆ, ਮਤਲਬ ਤੁਹਾਡੇ CV 'ਚ ਕੋਈ ਕਮੀ ਹੈ। ਤੁਹਾਡਾ CV ਰਿਪਰੈਜ਼ੈਂਟੇਸ਼ਨ ਵਧੀਆ ਹੋਣੀ ਚਾਹੀਦੀ ਹੈ। ਕਈ ਕੰਪਨੀਆਂ ਪੂਰੀ ਡਿਸਕ੍ਰਾਈਬ ਕਰਵਾਉਂਦੀਆਂ ਕਿ ਪੂਰਾ ਡਿਸਕ੍ਰਾਈਬ ਕਰੋ ਕਿ ਇਸ ਪਾਰਟੀਕੂਲਰ ਕੰਪਨੀ ਵਿੱਚ ਤੁਸੀਂ ਕਿਹੜਾ ਪ੍ਰੋਜੈਕਟ ਕੀਤਾ ਤੇ ਕਿਹੜੇ ਉਹ 'ਚ SDK ਯੂਜ਼ ਕੀਤਾ, ਵਟ ਐਵਰ ਦ ਫਰੇਮਵਰਕ ਯੂ ਯੂਜ਼ਡ ਇਨ ਦ ਪਾਰਟੀਕੂਲਰ ਪ੍ਰੋਜੈਕਟ। ਤੇ ਕੁਝ ਕੰਪਨੀਜ਼ ਸਿਰਫ ਕੀ ਪੁਆਇੰਟਸ ਹੀ ਰੀਡ ਕਰਦੀਆਂ, ਪੂਰਾ ਡਿਸਕ੍ਰਾਈਬ ਨਹੀਂ ਕਰਵਾਉਂਦੀਆਂ, ਤੇ ਡਿਪੈਂਡ ਕਰਦਾ ਹੈ ਕੰਪਨੀ ਟੂ ਕੰਪਨੀ। ਇਹ ਮੈਂ ਆਪਣਾ ਰੀਅਲ ਲਾਈਫ ਐਕਸਪੀਰੀਅੰਸ ਦੱਸ ਰਿਹਾ। ਜਿਹੜੀ ਮੇਰੀ ਕਰੰਟ ਕੰਪਨੀ ਹੈ ਉਹਨਾਂ ਨੂੰ ਮੈਂ ਇੱਕ CV ਸੈਂਡ ਕੀਤਾ ਸੀ, ਬਟ HR ਮੈਨੇਜਰ ਇਜ਼ ਰੀਅਲੀ ਗ੍ਰੇਟ ਪਰਸਨ ਕਿ ਉਹਨੇ ਮੈਨੂੰ ਦੱਸਿਆ ਕਿ ਦਿਸ CV ਵਿਲ ਨੋਟ ਵਰਕ, ਕਿ ਇਹ CV ਤੁਹਾਡਾ ਕੰਮ ਨਹੀਂ ਕਰੇਗਾ। ਤੁਸੀਂ ਪੂਰਾ ਡਿਟੇਲ 'ਚ ਡਿਸਕ੍ਰਾਈਬ ਕਰੋ ਕਿ ਇਸ ਪਾਰਟੀਕੂਲਰ ਕੰਪਨੀ 'ਤੇ ਤੁਸੀਂ ਕਿਹੜੇ ਪ੍ਰੋਜੈਕਟਸ ਕੀਤੇ, ਉਹਨਾਂ ਪ੍ਰੋਜੈਕਟਸ ਵਿੱਚ ਕੀ ਕੀਤਾ। ਤੇ ਮੈਂ ਉਹਨਾਂ ਨੂੰ ਨਿਊ CV ਬਣਾ ਕੇ ਸੈਂਡ ਕੀਤਾ ਐਂਡ ਇਟਸ ਰੀਅਲੀ ਵਰਕ ਫॉर ਮੀ। ਤੇ ਲਿੰਕਡਇਨ ਤੋਂ ਬਾਅਦ ਜਿਹੜੀ ਦੂਸਰੀ ਵੇ ਹੈ ਉਹ ਹੈ ਸਟੈਕ ਓਵਰਫਲੋ। stackoverflow.com ਤੁਸੀਂ ਓਪਨ ਕਰਨਾ ਹੈ। ਓਪਨ ਕਰਨ ਤੋਂ ਬਾਅਦ ਰਾਈਟ ਕੋਰਨਰ 'ਤੇ ਜੌਬਸ ਦੀ ਟੈਬ ਹੋਏਗੀ। ਜੌਬਸ ਦੀ ਟੈਬ ਓਪਨ ਕਰਨ ਤੋਂ ਬਾਅਦ ਤੁਸੀਂ ਆਪਣੇ ਪਾਰਟੀਕੂਲਰ ਸਕਿੱਲ ਸੈੱਟ ਦੀ ਜੌਬ ਸਰਚ ਕਰ ਸਕਦੇ ਹੋ। ਰਾਈਟ ਸਾਈਡ ਤੇ ਇੱਕ ਫਿਲਟਰ ਦੀ ਆਪਸ਼ਨ ਹੋਏਗੀ,
ਫਿਲਟਰ ਵਿੱਚ ਤੁਸੀਂ ਵੀਜ਼ਾ ਸਪੋਂਸਰਡ ਜੋਬ ਦੇ ਟੈਬ ਕਰਕੇ ਉਹਨਾਂ ਨੂੰ ਲਿਸਟ ਨੂੰ ਸੌਰਟ ਕਰ ਲੈਣਾ। ਜਿਹੜੀ ਵੀ ਤੁਹਾਡੀ ਸਕਿੱਲ ਸੈਟ ਦੀ ਜੋਬ ਹੈ ਪੂਰੀ ਤੁਹਾਨੂੰ ਦਿਖ ਜਾਏਗੀ, ਤੁਸੀਂ ਉਹਨੂੰ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ। ਤੇ ਜੇ ਉਹਨੂੰ ਪਰਟੀਕੂਲਰ ਜੋਬ ਖੋਲ੍ਹਣ ਤੋਂ ਬਾਅਦ ਜੇ ਉਹਨਾਂ ਨੇ ਈਮੇਲ ਦਿੱਤੀ ਹੋਈ ਹੈ ਤੇ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਈਮੇਲ ਕਰੋ। ਈਮੇਲ ਦੀ ਰਿਪਰੈਜ਼ੈਂਟੇਸ਼ਨ ਜੇ ਤੁਹਾਡੀ ਵਧੀਆ ਹੋਏਗੀ ਤੇ ਬਹੁਤ ਜ਼ਿਆਦਾ ਚਾਂਸਿਸ ਵੱਧ ਜਾਂਦੇ ਆ ਕਿ ਤੁਹਾਨੂੰ ਇੰਪਲੋਇਰ ਦਾ ਰਿਪਲਾਈ ਆਏਗਾ। ਤੇ ਈਮੇਲ ਦਾ ਇੱਕ ਬੜਾ ਇਫੈਕਟ ਪੈਂਦਾ, ਇਹ ਰਿਪਰੈਜ਼ੈਂਟ ਕਰੇਗਾ ਕਿ ਤੁਸੀਂ ਉਹਨਾਂ ਦੀ ਜੋਬ ਪ੍ਰੋਪਰ ਸਟੱਡੀ ਕਰਕੇ ਉਹਨਾਂ ਨੂੰ ਈਮੇਲ ਸੈਂਡ ਕਰ ਰਹੇ ਹੋ। ਤੇ ਤੁਸੀਂ ਈਮੇਲ ਜ਼ਰੂਰ ਕਰੋ, ਈਮੇਲ ਨੂੰ ਰਾਈਟ, ਉਹਦਾ ਕੰਟੈਂਟ ਵਧੀਆ ਹੋਣਾ ਚਾਹੀਦਾ ਤੇ ਰਿਪਲਾਈ ਦੇ ਤੁਹਾਡੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਣਗੇ। ਤੇ ਨੈਕਸਟ ਜਿਹੜੀ ਵੇ ਹੈ ਉਹ ਹੈ zing.com। zing.com ਇੱਥੇ ਵਾਈਡਲੀ ਚੱਲਦੀ ਹੈ, ਜਿੱਦਾਂ ਆਪਣੇ ਇੰਡੀਆ ਵਿੱਚ naukri.com ਹੈ, ਇੱਦਾਂ ਹੀ zing.com ਹੈ। ਤੁਸੀਂ zing.com 'ਤੇ ਜਾ ਕੇ ਪ੍ਰੋਫਾਈਲ ਕ੍ਰੀਏਟ ਕਰ ਸਕਦੇ ਹੋ। ਆਪਣਾ ਏਰੀਆ ਜਿਹੜਾ ਹੈ ਉਹ ਜਰਮਨੀ ਪਾ ਕੇ, ਪਰਟੀਕੂਲਰ ਸਿਟੀ ਪਾ ਕੇ ਉੱਥੇ ਪ੍ਰੋਫਾਈਲ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਆਪਣਾ CV ਅਪਲੋਡ ਕਰ ਸਕਦੇ ਹੋ, ਸੇਮ ਲਾਈਕ naukri.com। ਤੇ ਉੱਥੇ ਤੁਸੀਂ ਜੋਬ ਵੀ ਸਰਚ ਕਰ ਸਕਦੇ ਹੋ। ਤੇ ਉੱਦਾਂ ਹੀ ਹੈ indeed.com। ਇੰਡੀਡ ਵੀ ਸੇਮ ਹੈ ਜ਼ਿੰਗ ਵਾਂਗ। ਜ਼ਿੰਗ ਦੀ ਤਰ੍ਹਾਂ ਤੁਸੀਂ ਅਕਾਊਂਟ ਕ੍ਰੀਏਟ ਕਰਨਾ ਹੈ, ਉੱਥੇ ਸਾਰੀ ਤੁਸੀਂ ਕੰਪਨੀ ਸਰਚ ਕਰ ਸਕਦੇ ਹੋ ਤੇ ਆਪਣੀ ਸਿਟੀ ਦੇ ਅਕੋਰਡਿੰਗ ਪ੍ਰੈਫਰੈਂਸ ਸੈੱਟ ਕਰ ਸਕਦੇ ਹੋ, ਆਪਣੇ ਸਕਿੱਲ ਸੈੱਟ ਉੱਥੇ ਟੈਗਸ ਪਾ ਸਕਦੇ ਹੋ ਤੇ ਉਹਦੇ ਅਕੋਰਡਿੰਗ ਤੁਸੀਂ ਜੋਬ ਸਾਰੀ ਸਰਚ ਕਰਕੇ ਅਪਲਾਈ ਕਰ ਸਕਦੇ ਹੋ। ਤੇ ਇੱਕ ਹੋਰ ਵੇ ਹੈ, ਜੇ ਤੁਹਾਡਾ ਕੋਈ ਫਰੈਂਡ ਇੱਥੇ ਜਰਮਨੀ ਵਿੱਚ ਕਿਸੇ ਕੰਪਨੀ ਵਿੱਚ ਜੋਬ ਕਰ ਰਿਹਾ ਤੇ ਉਸ ਕੰਪਨੀ ਵਿੱਚ ਤੁਹਾਡੀ ਸਕਿੱਲ ਸੈੱਟ ਦੇ EMPLOYEE ਦੀ ਡਿਮਾਂਡ ਹੈ ਤੇ ਉਹ ਤੁਹਾਨੂੰ ਰੈਫਰ ਕਰ ਸਕਦਾ ਤੇ ਤੁਸੀਂ ਉੱਥੋਂ ਵੀ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹੋ। ਤੇ ਇਹ ਸਾਰੀ ਸੀਗੀ ਵੇਜ਼ ਜੋਬ ਫਾਈਂਡ ਕਰਨ ਦੀ ਜਰਮਨੀ ਵਿੱਚ। ਤੇ ਹੁਣ ਗੱਲ ਕਰ ਲੈਂਦੇ ਹਾਂ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਬਾਰੇ ਜਿਹੜੀ ਕਿ ਜੋਬ ਦੇ ਰਿਲੇਟਿਡ ਹੈ। ਫਸਟ ਆਫ ਆਲ ਕਿ ਲੈਂਗੁਏਜ ਰਿਕੁਆਇਰਮੈਂਟ। ਇੱਕ IT ਫੀਲਡ ਨੂੰ ਛੱਡ ਕੇ ਜਿਹੜੀ ਵੀ ਫੀਲਡਸ ਨੇ ਉਹਨਾਂ ਵਿੱਚ ਜਰਮਨ ਲੈਂਗੁਏਜ ਦੀ ਰਿਕੁਆਇਰਮੈਂਟ ਰਹਿੰਦੀ ਹੈ। ਤੇ ਕੁਝ ਕੰਪਨੀਆਂ ਤੁਹਾਡੇ ਕੋਲ ਮੰਗਣਗੀਆਂ B1 B2 ਜਾਂ ਕਈ ਕੰਪਨੀਆਂ C1 C2 ਵੀ ਮੰਗ ਲੈਂਦੀਆਂ। ਤੇ ਇੱਕ IT ਪ੍ਰੋਫੈਸ਼ਨ ਨੂੰ ਛੱਡ ਕੇ ਕੋਈ ਵੀ ਹੋਰ ਫੀਲਡ ਦੀ ਜਿਹੜੀ ਤੁਸੀਂ ਜੋਬ ਲੈਣੀ ਹੈ ਜਰਮਨੀ ਵਿੱਚ, ਉਹਦੇ ਵਿੱਚ ਤੁਹਾਨੂੰ ਜਰਮਨ ਲੈਂਗੁਏਜ ਦੀ ਰਿਕੁਆਇਰਮੈਂਟ ਰਹਿੰਦੀ ਹੈ। ਬਟ IT ਕੰਪਨੀ ਵਿੱਚ ਵੀ ਜੇ ਤੁਸੀਂ ਕਿਸੇ ਮੈਨੇਜਰੀਅਲ ਪੋਸਟ 'ਤੇ ਜਾਓਗੇ ਤੇ ਉਸ ਵੇਲੇ ਤੁਹਾਨੂੰ ਲੈਂਗੁਏਜ ਦੀ ਰਿਕੁਆਇਰਮੈਂਟ ਫਿਰ ਵੀ ਪਏਗੀ, ਬਿਕੋਜ਼ ਤੁਸੀਂ ਕਸਟਮਰਸ ਨਾਲ ਡੀਲ ਕਰਨਾ ਹੈ ਔਰ ਮੋਸਟ ਆਫ ਦਾ ਕਸਟਮਰ ਡੋਇਚ ਹੋਣਗੇ। ਤੇ ਇੱਕ ਸਟਾਰਟ ਕਰਨ ਲਈ ਤੁਸੀਂ ਇੰਗਲਿਸ਼ 'ਤੇ ਰਿਲਾਈ ਕਰ ਸਕਦੇ ਹੋ, ਬਟ ਇੱਕ ਹਾਇਰ ਪੋਸਟ ਤੇ ਤੱਕ ਪਹੁੰਚਣ ਵਾਸਤੇ ਤੁਹਾਨੂੰ ਸਰਟੀਫਿਕੇਸ਼ਨ ਦੀ ਲੋੜ ਪੈਣੀ ਹੀ ਪੈਣੀ ਹੈ, ਚਾਹੇ ਤੁਸੀਂ IT ਦੇ EMPLOYE ਹੋ ਜਾਂ ਫਿਰ ਕਿਸੇ ਹੋਰ ਫੀਲਡ ਦੇ EMPLOYE ਹੋ। ਬਟ IT ਦੇ ਵਿੱਚ ਤੁਸੀਂ ਸਟਾਰਟਿੰਗ ਵਿੱਚ ਜੋਬ ਗ੍ਰੈਬ ਕਰ ਸਕਦੇ ਹੋ, ਹੌਲੀ ਹੌਲੀ ਤੁਸੀਂ ਜਰਮਨ ਸਰਟੀਫਿਕੇਸ਼ਨ ਕਰ ਸਕਦੇ ਹੋ। ਬਟ ਹੋਰ ਫੀਲਡਸ ਵਿੱਚ ਤੁਹਾਨੂੰ ਸਰਟੀਫਿਕੇਸ਼ਨ ਦੀ ਜ਼ਰੂਰਤ ਪੈਣੀ ਹੈ। ਤੇ ਇਹ ਜੋ ਵੀ ਮੈਂ ਸਾਈਟਸ ਦੱਸੀਆਂ ਇਹਦੇ ਵਿੱਚ ਕਾਫੀ ਜਿਹੜੀ ਜੋਬ ਡਿਸਕ੍ਰਿਪਸ਼ਨ ਹੋਏਗੀ ਉਹ ਜਰਮਨ ਲੈਂਗੁਏਜ ਦੇ ਵਿੱਚ ਹੋਏਗੀ ਤੇ ਤੁਸੀਂ ਉਹਨੂੰ ਇੰਗਲਿਸ਼ 'ਚ ਟਰਾਂਸਲੇਟ ਕਰਕੇ ਉਹਨੂੰ ਰੀਡ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਕੀ ਚਾਂਸਿਸ ਰਹਿੰਦੇ ਆ ਰਿਪਲਾਈ ਆਉਣ ਦੇ। ਜੇ ਤੁਸੀਂ 30 ਮਿੰਟ ਸਪੈਂਡ ਕਰਦੇ ਹੋ ਲਿੰਕਡਇਨ ਤੇ ਜਾਂ ਫਿਰ ਹੋਰ ਜਿਹੜੀ ਵੀ ਮੈਂ ਸਾਈਟਸ ਦੱਸੀਆਂ ਉਹਨਾਂ ਉੱਤੇ, ਤੇ ਕਿੰਨੇ % ਚਾਂਸਿਸ ਰਹਿੰਦੇ ਹਨ। ਫੋਰ ਐਗਜ਼ਾਮਪਲ ਜੇ ਤੁਸੀਂ 200 ਜਾਂ ਫਿਰ 300 ਕੰਪਨੀ ਵਿੱਚ ਜੋਬ ਲਈ ਅਪਲਾਈ ਕਰਦੇ ਹੋ ਤੇ ਸਿਰਫ 2 ਜਾਂ 3% ਚਾਂਸਿਸ ਹੁੰਦੇ ਆ ਕਿ ਤੁਹਾਨੂੰ ਰਿਪਲਾਈ ਆਏਗਾ। ਹਾਂ, ਇਟਸ ਵੈਰੀ ਹਾਰਡ ਟੂ ਗੈਟ ਦਾ ਰਿਪਲਾਈ ਫਰੋਮ ਏ ਕੰਪਨੀ, ਬਟ ਇੰਪੋਸੀਬਲ ਨਹੀਂ ਹੈ। ਤੁਸੀਂ ਟਰਾਈ ਕਰਦੇ ਰਹੋ, ਡੇਲੀ ਬੇਸਿਸ 'ਤੇ ਟਰਾਈ ਕਰਦੇ ਰਹੋ, ਜਿੰਨਾ ਤੁਹਾਡੇ ਕੋਲ ਟਾਈਮ ਹੁੰਦਾ। ਜੇ ਤੁਸੀਂ ਆਉਣਾ ਚਾਹੁੰਦੇ ਹੋ ਤੇ ਤੁਸੀਂ ਸੋਚ ਲਿਆ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ। ਬਹੁਤ ਸਾਰੇ ਇੰਡੀਅਨਸ ਲੋਕ ਨੇ ਜੋ ਕਿ ਇਸ ਵੇਲੇ ਵਰਕ ਪਰਮਿਟ 'ਤੇ ਆ ਰਹੇ ਨੇ, ਬਹੁਤ ਹਾਇਰਿੰਗ ਹੋ ਰਹੀ ਹੈ ਇਸ ਵੇਲੇ, ਤੇ ਤੁਸੀਂ ਇਹ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹੋ। ਥੋੜ੍ਹਾ ਸਟੱਡੀ ਕਰਕੇ, ਥੋੜ੍ਹੀ ਮਿਹਨਤ ਕਰਕੇ, ਡੀਮੋਟੀਵੇਟ ਨਹੀਂ ਹੋਣਾ, ਟਰਾਈ ਕਰਦੇ ਰਹਿਣਾ। ਆਈ ਥਿੰਕ ਮੈਂ ਸਾਰੇ ਇੰਪੋਰਟੈਂਟ ਪੁਆਇੰਟਸ ਜਿਹੜੇ ਸੀ ਉਹ ਕਵਰ ਕਰ ਦਿੱਤੇ ਹੈ। ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲ ਅਲਵਿਦਾ। ਤੇ ਨੈਕਸਟ ਜਿਹੜੀ ਵੀਡੀਓ ਆਏਗੀ ਉਹ ਆਏਗੀ ਸਟੱਡੀਜ਼ 'ਤੇ ਕਿ ਵਾਟ ਆਰ ਦਾ ਵੇਰੀਅਸ ਵੇਜ਼ ਟੂ ਕਮ ਹੇਅਰ ਇਨ ਜਰਮਨੀ ਫॉर द ਸਟੱਡੀ ਪਰਪਸ। ਚਾਹੇ ਤੁਸੀਂ ਬੈਚਲਰਸ 'ਤੇ ਆਉਣਾ ਤੇ ਮਾਸਟਰ 'ਚ ਆਉਣਾ, ਤੇ ਮੈਂ ਤੁਹਾਡਾ ਫੁੱਲ ਪ੍ਰੋਸੈਸ ਕੰਪਲੀਟ ਕਰਵਾ ਸਕਦਾ। ਤੇ ਇਸ ਵੇਲੇ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਵਾਓ ਤੇ ਲਾਈਕ ਕਰੋ ਤੇ ਨੋਟੀਫਿਕੇਸ਼ਨ ਦਾ ਆਈਕਨ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਮੇਰੀ ਨਵੀਂ ਵੀਡੀਓ ਆਏ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਉਹ ਵੀਡੀਓ ਦੇਖ ਸਕੋ। So see you in the next video. Keep watching my channel. Thanks a lot.